ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿਵੇਂ ਅੱਜ 1 ਜੂਨ ਹੈ ਤੇ ਜਿਵੇਂ ਵੀ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਸਿੱਖ ਕੌਮ ਦੇ ਜਿਹੜੇ ਜ਼ਖਮ ਨੇ ਅੱਲੇ ਹੋ ਜਾਂਦੇ ਨੇ, ਕਿਉਂਕਿ ਇਹ ਉਹ ਸਮਾਂ ਹੈ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ। ਬਹੁਤ ਸਾਰੇ ਸਿੱਖ ਕੌਮ ਦੇ ਨਾਲ ਜਿਹੜੀਆਂ ਇਸ ਦੌਰਾਨ ਵਧੀਕੀਆਂ ਹੋਈਆਂ, ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਦਿੰਦੀਆਂ ਨੇ। ਅਤੇ ਹਰ ਵਾਰ ਇਹ ਜਿਹੜਾ ਇੱਕ ਦੁਖਦਾਇਕ ਸਮਾਂ ਹੈਗਾ, ਯਾਦ ਦਿਵਾ ਦਿੰਦਾ ਹੈਗਾ ਉਸ ਵਾਕਿਆ ਦੀ ਜੋ ਉਸ ਦੌਰਾਨ ਵਰਤਿਆ। ਇਹ ਸਾਰਾ ਘਟਨਾਕ੍ਰਮ ਕਿਵੇਂ ਹੋਇਆ, ਇਤਿਹਾਸ ਦੇ ਜੇਕਰ ਅਸੀਂ ਪੰਨੇ ਫਰੋਲਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਨਿਕਲ ਕੇ ਬਾਹਰ ਆਉਂਦੀਆਂ ਨੇ, ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਨੇ। ਇਸ ਸਮੇਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਉਸ ਸਮੇਂ ਦੇ DC ਸਰਦਾਰ ਰਮੇਸ਼ ਇੰਦਰ ਜੀ ਦੇ ਨਾਲ, ਜਿਨ੍ਹਾਂ ਨੇ ਇਹ ਸਾਰਾ ਘਟਨਾਕ੍ਰਮ ਅੱਖੀਂ ਵੇਖਿਆ ਅਤੇ ਜਿਨ੍ਹਾਂ ਨੇ ਕਈ ਵਾਰ ਆਪਣੀ ਇੰਟਰਵਿਊਜ਼ ਦੇ ਵਿੱਚ ਇਸ ਚੀਜ਼ ਦੇ ਬਾਰੇ ਵੀ ਦੱਸਿਆ ਕਿ ਉਹ ਵਾਕਿਆ ਹੀ ਜਿਹੜਾ ਮੰਜ਼ਰ ਹੈ ਦਿਲ ਨੂੰ ਦਹਿਲਾ ਦੇਣ ਵਾਲਾ ਸੀ ਅਤੇ ਬਤੌਰ ਸਿੱਖ ਉਹ ਇਸ ਦੇ ਲਈ ਜਿਹੜਾ ਹੈਗਾ ਬਹੁਤ ਦੁਖੀ ਹੁੰਦੇ ਨੇ। ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਰਮੇਸ਼ ਇੰਦਰ ਜੀ ਦੇ ਨਾਲ। ਸਰ, ਵੈਲਕਮ ਜੀ ਚੜ੍ਹਦੀ ਕਲਾ ਟਾਈਮ TV ਚੈਨਲ 'ਤੇ। ਥੈਂਕ ਯੂ ਵੈਰੀ ਮਚ ਜੀ, ਇਟਸ ਅ ਪਲੇਜ਼ਰ, ਥੈਂਕ ਯੂ। ਸਰ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਕਿਉਂਕਿ ਤੁਸੀਂ ਉਸ ਸਮੇਂ ਉੱਥੇ ਬਤੌਰ DC ਜਿਹੜਾ ਸੀਗੇ, ਤੁਹਾਡੇ ਤੋਂ ਪਹਿਲਾਂ ਡਾਕਟਰ ਗੁਰਦੇਵ ਸਿੰਘ ਸੀ। ਬਹੁਤ ਸਾਰੀਆਂ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਨੇ ਕਿ ਫੌਜ ਦੇ ਅੰਦਰ ਜਿਹੜਾ ਹੈਗਾ ਜਾਣ ਦੀ ਹੁਕਮ ਕਿਸ ਵੱਲੋਂ ਦਿੱਤੇ ਗਏ, ਕੀ ਕਹਿਣਾ ਚਾਹੋਗੇ ਇਸ ਬਾਰੇ? ਇਸ ਤਰ੍ਹਾਂ ਜੀ ਕਿ ਮੈਂ ਤੁਹਾਨੂੰ ਉਹ ਫੈਕਟਸ ਦੱਸਾਂਗਾ ਜਿਹੜੇ ਕਿ ਆਲਰੇਡੀ ਪਬਲਿਕ ਡੋਮੇਨ 'ਚ ਨੇ ਔਰ ਪਬਲਿਸ਼ਡ ਫੈਕਟਸ ਨੇਗੇ। ਸੀਕੁਐਂਸ ਆਫ ਇਵੈਂਟਸ ਇਸ ਤਰ੍ਹਾਂ ਹੋਇਆ ਕਿ ਮਈ ਦੇ ਤਕਰੀਬਨ 20 ਤਰੀਕ ਦੇ ਨਜ਼ਦੀਕ ਯੂਨੀਅਨ ਕੈਬਨਿਟ ਦੀ ਪੋਲੀਟੀਕਲ ਅਫੇਅਰਸ ਦੀ ਸਬ ਕਮੇਟੀ ਨੇ ਇਹ ਰਿਜ਼ੋਲਵ ਕਰ ਲਿਆ ਕਿ ਆਰਮੀ ਐਕਸ਼ਨ ਹੋਣਾ ਹੈ। ਇਹ ਫੈਕਟਸ ਉਸ ਸਮੇਂ ਦੇ ਫਾਈਨੈਂਸ ਮਿਨਿਸਟਰ ਪ੍ਰਣਬ ਮੁਖਰਜੀ ਨੇ, ਜਿਹੜੇ ਬਾਅਦ 'ਚ ਆਪਣੇ ਭਾਰਤ ਵਰਸ਼ ਦੇ ਪ੍ਰੈਜ਼ੀਡੈਂਟ ਵੀ ਬਣੇ, ਪਬਲਿਕ ਦੇ ਵਿੱਚ ਡਿਸਕਲੋਜ਼ ਕੀਤੇ ਨੇ ਕਿ ਉਸ ਮੀਟਿੰਗ 'ਚ ਉਹਨਾਂ ਨੇ ਅਪੋਜ਼ ਕੀਤਾ ਸੀਗਾ ਆਰਮੀ ਐਕਸ਼ਨ ਨੂੰ। ਫੈਸਲਾ ਹੋ ਗਿਆ। ਫਿਰ PC ਅਲੈਗਜ਼ੈਂਡਰ ਨੇਗੇ, ਜੋ ਉਸ ਸਮੇਂ ਸਾਡੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਸੀਗੇ, ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ, ਜਿਹਦੇ 'ਚ ਉਹਨਾਂ ਨੇ ਡਿਸਕਲੋਜ਼ ਕੀਤਾ ਹੈ ਕਿ 26 ਮਈ ਨੂੰ ਪ੍ਰਧਾਨ ਮੰਤਰੀ ਸਾਹਿਬਾਂ ਨੇ ਉਸ ਸਮੇਂ ਦੇ ਜੋ ਸਾਡੇ ਫੌਜ ਦੇ ਮੁਖੀ ਸਨ ਉਹਨਾਂ ਨੂੰ ਬੁਲਾਇਆ ਅਤੇ ਆਰਮੀ ਐਕਸ਼ਨ ਦੇ ਬਾਰੇ ਉਹਨਾਂ ਦੀ ਰਾਏ ਲਈ ਔਰ ਅਪਰੂਵ ਕੀਤਾ। ਜੋ ਕੈਬਨਿਟ ਸਬ ਕਮੇਟੀ ਦਾ ਡਿਸੀਜ਼ਨ ਸੀਗਾ ਉਹਦੇ ਹਿਸਾਬ ਦੇ ਨਾਲ 29 ਮਈ ਨੂੰ ਮੇਰਠ ਤੋਂ ਫੌਜ ਦਾ ਪਹਿਲਾ ਡਿਵੀਜ਼ਨ ਜਿਹੜਾ ਸੀਗਾ ਉਹਦੇ ਐਲੀਮੈਂਟਸ ਅੰਮ੍ਰਿਤਸਰ ਪਹੁੰਚ ਗਏ ਸੀਗੇ। ਸਾਡੇ ਉਸ ਸਮੇਂ ਦੇ ਗਵਰਨਰ ਸਾਹਿਬ BD ਪਾਂਡੇ ਸਨ, ਜਿਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ ਔਰ ਉਹ 2 ਤਰੀਕ ਨੂੰ ਜਿਹੜਾ ਹੈ 2 ਜੂਨ ਨੂੰ ਵਾਪਸ ਚੰਡੀਗੜ੍ਹ ਪਰਤੇ। 2 ਜੂਨ ਨੂੰ ਉਹਨਾਂ ਨੇ ਸ਼ਾਮ ਨੂੰ ਤਕਰੀਬਨ 5 ਵਜੇ ਦੇ ਕਰੀਬ KD ਵਾਸੂਦੇਵਾ ਸਾਹਿਬ, ਉਸ ਸਮੇਂ ਦੇ ਮੁੱਖ ਸਕੱਤਰ ਸਨ, ਅਤੇ ਸਰਦਾਰ ਅਮਰੀਕ ਸਿੰਘ ਪੁਨੀ, ਜੋ ਉਸ ਸਮੇਂ ਗ੍ਰਹਿ ਸਕੱਤਰ ਸਨ, ਉਹਨਾਂ ਨੂੰ ਬੁਲਾਇਆ ਰਾਜ ਭਵਨ ਔਰ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਗੌਰਮੈਂਟ ਨੇ ਫੈਸਲਾ ਲਿਆ ਕਿ ਆਰਮੀ ਐਕਸ਼ਨ ਹੋਏਗਾ ਔਰ ਆਰਮੀ ਨੂੰ ਫਾਰਮਲ ਰੈਕੁਜੀਸ਼ਨ ਲੈਟਰ ਜਿਹੜੀ ਹੈ ਉਹ ਜਾਣੀ ਹੈ। ਰਾਜ ਭਵਨ ਦੇ ਵਿੱਚ ਹੀ ਉਹ ਲੈਟਰ ਜਿਹੜੀ ਹੈਗੀ ਹੈ ਉਹ ਟਾਈਪ ਹੋਈ ਔਰ ਅਮਰੀਕ ਸਿੰਘ ਪੁਣੇ ਜੀ ਨੂੰ ਆਖਿਆ ਗਿਆ ਕਿ ਤੁਸੀਂ ਇਹ ਦਸਤਖਤ ਕਰੋ। KD ਵਾਸੂਦੇਵਾ ਸਾਹਿਬ ਨੇ ਆਰਟੀਕਲ ਵੀ ਲਿਖੇ ਨੇ, ਪਬਲਿਸ਼ ਹੋਏ ਨੇਗੇ, ਜਿਹਦੇ 'ਚ ਉਹਨਾਂ ਨੇ ਦੱਸਿਆ ਹੈਗਾ ਕਿ ਪੁਨੀ ਸਾਹਿਬ ਦਸਤਖਤ ਕਰਨ ਤੋਂ ਹਿਚਕਚਾਏ, ਲੇਕਿਨ ਅਲਟੀਮੇਟਲੀ ਗਵਰਨਰ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਇਹ ਤਾਂ ਕਰਨੀ ਪੈਣਗੇ, ਸਰਕਾਰ ਦਾ ਹੁਕਮ ਹੈ, ਅਤੇ ਉਹਨਾਂ ਨੇ ਦਸਤਖਤ ਕੀਤੇ। ਅਤੇ ਉਹ ਚਿੱਠੀ ਉਸ ਸਮੇਂ ਲੈਫਟੀਨੈਂਟ ਜਨਰਲ ਸੁੰਦਰ ਜੀ, ਜੋ ਕਿ ਵੈਸਟਰਨ ਕਮਾਂਡ ਦੇ ਚੀਫ ਸਨ, ਉਹਨਾਂ ਨੂੰ ਚਿੱਠੀ ਜਿਹੜੀ ਸੀ ਉਹ ਲਿਖੀ ਗਈ। ਸੁੰਦਰ ਜੀ ਸਾਹਿਬ ਵੀ ਉੱਥੇ ਹੀ ਪਹੁੰਚ ਗਏ ਰਾਜ ਭਵਨ, ਚਿੱਠੀ ਉਹਨਾਂ ਨੂੰ ਦਿੱਤੀ ਗਈ ਦਸਤੀ, ਅਤੇ ਇਸ ਦੇ ਨਾਲ ਫਾਰਮਲ ਇੱਕ ਤੌਰ 'ਤੇ ਫੌਜ ਨੂੰ ਰਿਕੁਜੀਸ਼ਨ ਕੀਤਾ ਗਿਆ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣੀ ਚਾਹਾਂਗਾ ਕਿ ਫੌਜ ਜਿਹੜੀ ਹੈ ਉਹ ਇਕੱਲੀ ਸਿਰਫ ਦਰਬਾਰ ਸਾਹਿਬ 'ਚ ਹੀ ਐਂਟਰ ਨਹੀਂ ਹੋਈ,
ਤੁਹਾਡਾ ਚੈਨਲ ਪਟਿਆਲੇ ਦਾ ਚੈਨਲ ਹੈ, ਤੁਹਾਨੂੰ ਤਾਂ ਪਤਾ ਹੋਣਾ, ਜਾਣਕਾਰੀ ਹੋਣੀ ਹੈ, ਚਾਹੇ ਤੁਸੀਂ ਅਜੇ ਬੱਚੇ ਹੋਗੇ, ਸ਼ਾਇਦ ਤੁਹਾਡੀ ਡੇਟ ਆਫ ਬਰਥ ਵੀ 84 ਤੋਂ ਬਾਅਦ ਦੀ ਹੋਵੇ। ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ 'ਚ ਵੀ ਫੌਜ ਗਈ, ਗੋਲੀ ਵੀ ਚੱਲੀ, ਉੱਥੇ ਮੌਤ ਵੀ ਹੋਈ ਇੱਕ ਬੰਦੇ ਦੀ। ਇਸੇ ਤਰ੍ਹਾਂ ਰੋਪੜ ਗੁਰਦੁਆਰਾ ਸਾਹਿਬ, ਭੱਠਾ ਸਾਹਿਬ ਹੈ, ਉੱਥੇ ਗਈ, ਮੁਕਤਸਰ ਗਈ। ਮਤਲਬ ਤਕਰੀਬਨ 38 ਕੇ 40 ਗੁਰਦੁਆਰਾ ਸਾਹਿਬ ਦੇ ਵਿੱਚ ਫੌਜ ਨੇ ਐਕਸ਼ਨ ਕੀਤਾ। ਕਿਸੇ ਵੀ ਪੰਜਾਬ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਫੌਜ 'ਤੇ ਸੱਦਣ ਦਾ ਹੁਕਮ ਨਹੀਂ ਹੋਇਆ, ਕਿਉਂਕਿ ਇੱਕ ਅੰਬਰੇਲਾ ਜਿਹੜਾ ਸੀ ਆਰਡਰ, ਉਹ ਸਰਦਾਰ ਅਮਰੀਕ ਸਿੰਘ ਪੁਨੀ ਨੇ ਉਹ ਡੀਓ ਲਿਖ ਕੇ ਜਿਹੜਾ ਹੈਗਾ ਉਹ ਕੱਲ ਦਿੱਤਾ। ਅੱਛਾ, ਜੇ ਕਿਸੇ ਨੇ ਉਹ ਡੀਓ ਦੇਖਣਾ ਹੋਵੇ ਵੀ ਕੀ ਹੈ, ਉਹ ਇੱਕ ਕਿਤਾਬ ਲਿਖੀ ਕੇਡੀ ਦੀ ਵਾਸੂਦੇਵਾ ਸਾਹਿਬ ਤੋਂ ਬਾਅਦ SS ਧਨੋਆ ਉਹ ਮੁੱਖ ਸਕੱਤਰ ਬਣੇ। ਉਹਨਾਂ ਦੇ ਬੇਟੇ ਹੁਣੀ ਭਾਰਤ ਵਰਸ਼ ਦੀ 에ਅਰ ਫੋਰਸ ਦੇ 에ਅਰ ਚੀਫ ਮਾਰਸ਼ਲ ਰਿਟਾਇਰ ਹੋਏ ਨੇਗੇ। ਤਾਂ ਉਹਨਾਂ ਨੇ ਲਿਖੀ ਹੈ ਇੱਕ ਕਿਤਾਬ ਨਥਿੰਗ ਟੂ ਹਾਈਡ। ਉਹਦੇ 'ਚ ਉਹਨਾਂ ਨੇ ਪੁਨੀ ਸਾਹਿਬ ਦੀ ਚਿੱਠੀ ਨੂੰ ਰੀਪਰੋਡਿਊਸ ਕੀਤਾ, ਉਹਦੀ ਐਗਜ਼ੈਕਟ ਲੈਂਗੁਏਜ ਕਿ ਕੀ ਜਿਹੜੇ ਨੇਗੇ ਉਹ ਦਸਤਖਤ ਹੋਏ ਨੇਗੇ। ਸੋ ਮੇਰਾ ਕਹਿਣ ਦਾ ਭਾਵ ਹੈ ਵੀ ਇਹ ਸਾਰੇ ਕੇਸ ਜਿਹੜੇ ਡਾਕੂਮੈਂਟਸ ਨੇਗੇ ਇਹ ਪਬਲਿਕ ਡੋਮੇਨ 'ਚ ਨੇ, ਪਬਲਿਸ਼ਡ ਨੇ, ਵੇਖੇ ਜਾ ਸਕਦੇ ਨੇ। ਸਰਦਾਰ ਸਾਹਿਬ, ਇੱਕ ਚੀਜ਼ ਹੋਰ ਜਿਹੜੀ ਹੈਗੀ ਮੈਂ ਤੁਹਾਡੇ ਤੋਂ ਚਾਹਾਂਗੀ ਕਿ ਤੁਸੀਂ ਦਰਸ਼ਕਾਂ ਨੂੰ ਥੋੜ੍ਹਾ ਕਲੀਅਰ ਕਰ ਦਿਓ, ਕਿਉਂਕਿ ਤੁਹਾਡੇ ਤੋਂ ਪਹਿਲਾਂ ਗੁਰਦੇਵ ਸਿੰਘ ਜੀ ਬਤੌਰ DC ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਆਪਣਾ ਕੰਮਕਾਰ ਕਰ ਰਹੇ ਸੀ, ਅਤੇ ਤੁਸੀਂ ਕਿੰਨੀ ਤਰੀਕ ਨੂੰ ਜਾ ਕੇ ਜਿਹੜਾ ਹੈਗਾ ਕਿਹਾ ਜਾਂਦਾ ਕਿ ਤੁਸੀਂ 4 ਤਰੀਕ ਨੂੰ ਜਾ ਕੇ ਜਿਹੜਾ ਆਪਣਾ ਕਾਰਜਭਾਰ ਸੰਭਾਲਿਆ, ਤੁਸੀਂ ਉੱਥੇ ਜਾ ਕੇ ਕੀ ਦੇਖਿਆ? ਇਸ ਤਰ੍ਹਾਂ ਜੀ ਕਿ ਸਰ ਗੁਰਦੇਵ ਸਿੰਘ ਬਰਾੜ ਬੜੇ ਨੇਕ ਇਨਸਾਨ ਨੇ, ਹੁਣ ਵੀ ਹੈਗੇ ਨੇ, ਚੰਡੀਗੜ੍ਹ ਹੀ ਨੇ। ਉਹਨਾਂ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਛੁੱਟੀ ਲਈ ਅਪਲਾਈ ਕੀਤਾ ਸੀ, ਐਕਸ ਇੰਡੀਆ ਅਰਨਡ ਲੀਵ। ਉਹਨਾਂ ਦਾ ਬੇਟਾ ਅਮਰੀਕਾ ਰਹਿੰਦਾ ਹੈ, ਉੱਥੇ ਜਾਣ ਲਈ ਉਹਨਾਂ ਦੀ ਛੁੱਟੀ ਮਨਜ਼ੂਰ ਹੋ ਗਈ ਅਤੇ ਮੈਨੂੰ ਉਹਨਾਂ ਦੀ ਜਗ੍ਹਾ ਭੇਜਿਆ ਗਿਆ। ਉਹਨਾਂ ਦੀਆਂ ਜਹਾਜ਼ ਦੀਆਂ ਟਿਕਟਾਂ ਦਿੱਲੀ ਤੋਂ 8 ਜੂਨ ਦੀਆਂ ਬੁੱਕ ਸੀਗੀਆਂ, ਪਹਿਲਾਂ ਐਡਵਾਂਸ ਬੁਕਿੰਗ ਹੋਈ ਸੀ। ਗੌਰਮੈਂਟ ਨੇ ਮੈਨੂੰ ਇਹ ਆਦੇਸ਼ ਦਿੱਤੇ ਕਿ ਤੁਸੀਂ ਜਿਹੜੇ ਮੇਰੇ ਫਾਰਮਲ ਆਰਡਰ ਹੋਏ, ਗੌਰਮੈਂਟ ਦਾ ਨੋਟੀਫਿਕੇਸ਼ਨ, ਉਹਦੇ 'ਚ ਇਹ ਸੀ ਕਿ ਮੈਂ 5 ਜੂਨ ਨੂੰ ਜਿਹੜਾ ਹੈਗਾ ਉੱਥੇ ਜਾ ਕੇ ਚਾਰਜ ਲਵਾਂਗਾ ਅੰਮ੍ਰਿਤਸਰ, ਅਤੇ ਉਹ ਅੱਗੇ ਆਪਣਾ ਫਿਰ ਦਿੱਲੀ ਜਾਣਗੇ। 3 ਮਹੀਨਿਆਂ ਦੀ ਛੁੱਟੀ ਸੀ ਉਹਨਾਂ ਦੀ। ਲੇਕਿਨ ਜੋ ਵਾਕਿਆ ਹੋਏ ਉਹ ਇੰਨੀ ਜਲਦੀ ਹੋ ਗਏ ਕਿ ਮੈਨੂੰ KD ਵਾਸੂਦੇਵਾ ਸਾਹਿਬ ਨੇ ਕਿਹਾ ਵੀ ਤੁਸੀਂ 1 ਦਿਨ ਪਹਿਲਾਂ ਜਾਓ, 2 ਦਿਨ, ਅਤੇ ਜਾ ਕੇ ਚਾਰਜ ਲਓ। ਮੈਂ 4 ਤਰੀਕ ਨੂੰ ਸੁਬਾਹ 4 ਵਜੇ ਉਹਨਾਂ ਤੋਂ ਚਾਰਜ ਲਿਆ, ਔਰ ਬਰਾੜ ਸਾਹਿਬ ਨੂੰ ਸਕਾਟ ਪਾਰਟੀ ਦੇ ਨਾਲ ਪੁਲਿਸ ਦੀ, ਤੇ ਕਿਉਂਕਿ ਨਾਕੇ ਲੱਗੇ ਹੋਏ ਸੀ, ਕਰਫਿਊ ਲੱਗ ਚੁੱਕਿਆ ਸੀਗਾ, ਉਹਨਾਂ ਨੂੰ ਅਸੀਂ ਦਿੱਲੀ ਭੇਜਿਆ ਅਤੇ ਉਹ ਪੰਜਾਬ ਭਵਨ ਠਹਿਰੇ। ਉੱਥੋਂ ਫਿਰ ਉਹ ਅੱਗੇ ਅਮਰੀਕਾ ਚਲੇ ਗਏ। 3 ਤਰੀਕ ਸੀ ਸ਼ਾਮ ਨੂੰ ਜਿਹੜਾ ਸੀਗਾ ਜਨਰਲ ਬਰਾੜ ਨੇ, ਜੋ ਕਿ ਮੇਰਠ ਤੋਂ ਆਏ ਸਨ, KS ਬਰਾੜ ਜੀ, ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ। ਕਿਉਂਕਿ ਮੈਂ 3 ਤਰੀਕ ਸ਼ਾਮ ਨੂੰ ਪਹੁੰਚ ਗਿਆ ਸੀ ਉੱਥੇ, ਤਾਂ ਮੈਨੂੰ ਬਰਾੜ ਸਾਹਿਬ ਕਹਿੰਦੇ ਵੀ ਤੁਸੀਂ ਵੀ ਨਾਲ ਚੱਲੋ। ਚਾਰਜ ਉਹਨਾਂ ਦੇ ਕੋਲ ਹੀ ਸੀ ਅਜੇ। ਉਹ ਮੈਂ ਮੀਟਿੰਗ ਅਟੈਂਡ ਕੀਤੀ। ਬਰਾੜ ਸਾਹਿਬ ਨੇ 3 ਤਰੀਕ ਸੁਬਾਹ ਕਰਫਿਊ ਲਾ ਦਿੱਤਾ ਸੀਗਾ ਅੰਮ੍ਰਿਤਸਰ ਸ਼ਹਿਰ 'ਚ। ਉਹਨਾਂ ਨੂੰ ਸਰਦਾਰ ਅਮਰੀਕ ਸਿੰਘ ਪੁਨੀ ਦਾ ਟੈਲੀਫੋਨ ਆਇਆ ਕਿ ਕਰਫਿਊ ਲਾ ਦਿਓ ਤੁਸੀਂ। ਉਹਦੇ ਨਾਲ ਜੋ ਯਾਤਰੂ ਸੀਗੇ ਆਏ ਹੋਏ, ਉਹ ਇੱਕ ਤਰੀਕੇ ਦੇ ਨਾਲ ਬਾਹਰ ਨਹੀਂ ਜਾ ਸਕੇ। ਹਾਂਜੀ। ਅਤੇ 3 ਤਰੀਕ ਰਾਤ ਤੋਂ ਜਿਹੜਾ ਸੀਗਾ ਸਾਰੇ ਪੰਜਾਬ 'ਚ ਕਰਫਿਊ ਲੱਗ ਗਿਆ ਜੀ। ਬਿਲਕੁਲ ਮਤਲਬ ਕੋਈ ਵੀ ਬੰਦਾ ਬਾਹਰ ਨਹੀਂ ਸੀ ਨਿਕਲ ਸਕਦਾ। ਅਤੇ 3 ਤਰੀਕ ਨੂੰ ਹੀ ਜਿਹੜਾ ਹੈ ਉਹ ਫੌਜ ਨੇ ਘੇਰਾ ਪਾ ਲਿਆ ਸੀ। ਚਾਹੇ 29 ਨੂੰ ਪਹੁੰਚ ਚੁੱਕੇ ਸੀ ਉੱਥੇ, 29 ਮਈ ਨੂੰ ਜਿਹੜਾ ਹੈ। ਸਰ, ਇਹ ਕਿਹਾ ਜਾਂਦਾ ਹੈਗਾ ਕਿ ਉਸ ਸਮੇਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹਮਲਾ ਹੋਇਆ, ਉਸ ਸਮੇਂ ਜਿਹੜਾ ਹੈਗਾ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਹੈ ਕਾਫੀ ਸੰਗਤ ਮੌਜੂਦ ਸੀ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਹੈਗਾ ਦਿਹਾੜਾ ਸੀ, ਅਤੇ ਇੰਨੀ ਵੱਡੀ ਤਾਦਾਦ ਦੇ ਵਿੱਚ ਸੰਗਤ ਸੀ। ਲੇਕਿਨ ਸੰਗਤ ਨੂੰ ਬਾਹਰ ਨਿਕਲਣ ਦੇ ਲਈ ਕੀ ਉਸ ਸਮੇਂ ਕੋਈ ਕਿਸੇ ਤਰੀਕੇ ਦਾ ਕੋਈ ਐਲਾਨ ਕੀਤਾ ਗਿਆ, ਕੋਈ ਅਨਾਊਂਸਮੈਂਟ ਹੋਈ ਕਿ ਸਾਰੀ ਸੰਗਤ ਬਾਹਰ ਆ ਜਾਵੇ? ਇਹ ਜੀ ਇੱਕ ਅਨਾਊਂਸਮੈਂਟ ਮੇਰੇ ਵੱਲੋਂ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਕੀਤੀ, ਵੈਨ ਨੇ। ਮੈਂ ਪਹਿਲਾਂ ਵੀ ਦੱਸ ਚੁੱਕਿਆ ਇਸ ਦੇ ਬਾਰੇ। ਤੋ ਉਹਦੇ ਨਾਲ ਕੁਝ ਸੰਗਤ ਬਾਹਰ ਆਈ ਵੀ, ਐਗਜ਼ੈਕਟ ਨੰਬਰ ਮੈਨੂੰ ਹੁਣ ਯਾਦ ਨਹੀਂ, ਮੇਰਾ ਖਿਆਲ ਹੈ 120 ਕੇ 22 ਬੰਦੇ ਜਿਹੜੇ ਸੀਗੇ
ਉਹ ਸਰਾਏ ਵਾਲੇ ਪਾਸੇ ਤੋਂ ਬਾਹਰ ਆ ਗਏ ਜਿਹੜੇ ਨੇਗੇ। ਉਹਨਾਂ 'ਚ ਬਜ਼ੁਰਗ ਵੀ ਸੀਗੇ, ਕੁਛ ਹੋਰ ਵੀ ਸੀ, ਲੇਕਿਨ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਅੰਦਰ ਹੀ ਜਾਂ ਆਏ ਨਹੀਂ ਜਾਂ ਖਾੜਕੂਆਂ ਨੇ ਨਹੀਂ ਆਉਣ ਦਿੱਤੇ, ਰੱਬ ਜਾਣਦਾ ਗਾ ਜਿਹੜਾ ਹੈ, ਜਿਹਦੇ ਨਾਲ ਸਿਵਲੀਅਨ ਜਿਹੜੇ ਸੀਗੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਅੰਦਰ ਵੀ ਦਰਬਾਰ ਸਾਹਿਬ ਦੇ ਇਰਦ ਗਿਰਦ ਜਿਹੜੇ ਬਾਜ਼ਾਰ ਨੇਗੇ, ਰੈਜ਼ੀਡੈਂਸ਼ੀਅਲ ਏਰੀਆ, ਉੱਥੇ ਵੀ ਮੌਤਾਂ ਹੋਈਆਂ, ਕੋਈ ਪ੍ਰਾਪਰਟੀਜ਼ ਦਾ ਵੀ ਨੁਕਸਾਨ ਹੋਇਆ। ਸਰਦਾਰ ਸਾਹਿਬ, ਇੱਕ ਚੀਜ਼ ਹੋਰ ਕਲੀਅਰ ਕਰੋ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਉਸ ਹਮਲੇ ਤੋਂ ਪਹਿਲਾਂ ਕੀ ਫੌਜ ਨੇ ਉੱਥੋਂ ਦੀ ਮੌਜੂਦਾ ਪੁਲਿਸ ਤੋਂ ਕਿਸੇ ਤਰੀਕੇ ਦੀ ਕੋਈ ਸਲਾਹ ਜਾਂ ਅਗਵਾਈ ਇਸ ਤਰੀਕੇ ਦੀ ਕੋਈ ਜਿਹੜੀ ਲੈਣ ਦੀ ਕੋਸ਼ਿਸ਼ ਕੀਤੀ, ਜਾਂ ਤੁਹਾਡੇ ਵੱਲੋਂ ਉਹਨਾਂ ਨੂੰ ਕੁਝ ਗਾਈਡ ਕੀਤਾ ਗਿਆ ਕਿ ਇੱਥੇ ਜਿਹੜਾ ਹੈਗਾ ਪਹਿਲਾਂ ਸਾਨੂੰ ਇਹ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ? ਮੈਂ ਦੱਸਿਆ ਜੀ 3 ਤਰੀਕ ਨੂੰ ਮੀਟਿੰਗ ਹੋਈ ਸੀ ਜਿਹੜਾ ਹੈ। ਉਸ ਮੀਟਿੰਗ ਦੇ ਵਿੱਚ ਫੌਜ ਵਾਲੇ ਵੀ ਸੀਗੇ, ਪੁਲਿਸ ਵਾਲੇ ਵੀ ਸੀਗੇ, ਸਿਵਲ ਐਡਮਿਨਿਸਟ੍ਰੇਸ਼ਨ ਵੀ ਸੀਗੀ, ਇੰਟੈਲੀਜੈਂਸ ਏਜੰਸੀਜ਼ ਦੇ ਵੀ ਰਿਪਰੈਜ਼ੈਂਟੇਟਿਵ ਸੀਗੇ। ਤੋ ਉਹਨਾਂ ਨੇ ਆਪਣੇ ਆਪਣੇ ਜੋ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਹੈ ਉਹ ਉਹਨਾਂ ਨੇ ਜ਼ਰੂਰ ਫੌਜ ਨਾਲ ਸ਼ੇਅਰ ਕੀਤੀ। ਦੱਸਿਆ ਉਹਨਾਂ ਨੂੰ ਕਿ ਖਾੜਕੂ ਸਰੈਂਡਰ ਨਹੀਂ ਕਰਨ ਲੱਗੇ, ਇਹ ਲੜਨਗੇ। ਉਹਨਾਂ ਦੇ ਵੈਪਨਸ ਦੇ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਗਈ ਹੈ, ਉਹ ਸਾਰੀ ਦੇ ਦਿੱਤੀ ਸੀ ਉਹਨਾਂ ਨੂੰ। ਸਰ, ਇੱਕ ਚੀਜ਼ ਹੋਰ ਦੱਸੋ ਕਿ ਬਤੌਰ ਸਿੱਖ, ਕਿਉਂਕਿ ਇੱਕ ਸਿੱਖ ਪਰਿਵਾਰ ਤੋਂ ਉਸ ਸਮੇਂ ਉਹ ਤੁਹਾਡੇ ਕੋਲ ਉਹ ਚਾਰਜ ਸੀ, ਉਹ ਸਾਰਾ ਐਕਸ਼ਨ ਤੁਸੀਂ ਗਵਰਨਮੈਂਟ ਦੇ ਅੰਡਰ ਆਉਂਦੇ ਸੀ, ਇਹ ਸਾਰੀਆਂ ਚੀਜ਼ਾਂ ਨੂੰ ਲਗਾਤਾਰ ਜਿਹੜਾ ਹੈਗਾ ਆਪਣੇ ਅੱਖੀਂ ਦੇਖਣਾ, ਕਿਉਂਕਿ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਜਿਹੜਾ ਹੈ ਸਿੱਖਾਂ ਦਾ ਮੱਕਾ ਹੈ, ਕਿਸ ਤਰੀਕੇ ਦਾ ਉਸ ਸਮੇਂ ਜਿਹੜੇ ਮਨ ਦੇ ਹਾਵ ਭਾਵ ਸੀ, ਮਨ ਦਾ ਦਰਦ ਸੀ, ਉਹ ਕੀ ਸੀ? ਦੇਖੋ, ਮੈਂ ਇਹਨੂੰ ਨਾ ਪਰਸਨਲ ਇਸ਼ੂਜ਼ 'ਚ ਨਹੀਂ ਲਿਜਾਣਾ ਚਾਹੁੰਦਾ ਜਿਹੜਾ ਹੈਗਾ। ਐਜ਼ ਏ ਪਬਲਿਕ ਸਰਵੈਂਟ ਜਿੰਨਾ ਮੇਰਾ ਰੋਲ ਸੀਗਾ, ਕੀ ਸੀਗਾ, ਹਾਂਜੀ, ਉਹ ਜਿੰਨੀ ਚੰਗੀ ਆਪਣੀ ਅਕਲ ਦੇ ਹਿਸਾਬ ਨਾਲ ਮੈਂ ਨਿਭਾ ਸਕਦਾ ਸੀਗਾ, ਨਿਭਾਇਆ। ਔਰ ਇਹਦਾ ਪੂਰਾ ਪਬਲਿਕ ਨੌਲੇਜ ਦੇ ਵਿੱਚ ਹੈ, ਐਸੀ ਕੋਈ ਗੱਲ ਹਿਡਨ ਨਹੀਂ ਹੈਗੀ ਹੈ। ਘਟਨਾ ਬਹੁਤ ਦੁਖਦਾਈ ਹੈ, ਇੱਕ ਸਾਡੇ ਇਤਿਹਾਸ ਦਾ ਹਿੱਸਾ ਬਣ ਚੁੱਕੀ ਹੈ, ਔਰ ਇਹਨੂੰ ਭੁੱਲਣਾ ਬੜਾ ਮੁਸ਼ਕਿਲ ਹੈ। ਲੇਕਿਨ ਨਾਲ ਹੀ ਮੈਂ ਇਹ ਬੇਨਤੀ ਜ਼ਰੂਰ ਕਰਦਾ ਸਾਰਿਆਂ ਨੂੰ ਕਿ ਦੇਖੋ, ਹੁਣ 36-37 ਸਾਲ ਹੋ ਚੱਲੇ, ਕਿਸੇ ਵੀ ਕੌਮ ਨੇ ਜੇ ਅੱਗੇ ਵਧਣਾ ਤਾਂ ਉਸ ਦੁਖਾਂਤ ਨੂੰ, ਜੇ ਉਹਦੇ ਵਿੱਚ ਹੀ ਅਸੀਂ ਫਸੇ ਰਹਾਂਗੇ ਤਾਂ ਕੌਮਾਂ ਅੱਗੇ ਨਹੀਂ ਵੱਧ ਸਕਦੀਆਂ। ਅਸੀਂ ਭੁੱਲਣਾ ਨਹੀਂ ਗਾ, ਨਾ ਭੁੱਲ ਸਕਦੇ ਹਾਂ, ਕਿਉਂਕਿ ਬਹੁਤ ਦੁਖਦਾਈ ਘਟਨਾ ਸੀਗੀ। ਲੇਕਿਨ ਨਾਲ ਦੀ ਨਾਲ ਜਿਹੜਾ ਹੈਗਾ, ਹਰ ਸਾਲ ਮੈਂ ਦੇਖਦਾ ਕਿ ਜਦ ਇਹ ਜੂਨ ਦਾ ਮਹੀਨਾ ਆਉਂਦਾ, ਆਪਾਂ ਉਸ ਨੂੰ ਦੁਬਾਰਾ ਸੈਂਟੀਮੈਂਟਸ ਨੂੰ ਉਛਾਲਣ ਦੀ ਕਈ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ। ਯਾਦ ਕਰਨਾ, ਰੱਬ ਦਾ ਨਾਮ ਲੈਣਾ, ਪਾਠ ਕਰਨਾ, ਭੋਗ ਪਾਉਣਾ ਸਭ ਜ਼ਰੂਰੀ ਹੈ, ਕੌਮ ਨੂੰ ਕਰਨਾ ਵੀ ਚਾਹੀਦਾ, ਲੇਕਿਨ ਅੱਗੇ ਵੀ ਵਧਣ ਦੀ ਲੋੜ ਹੈ। ਇਹਨੂੰ ਇੱਕ ਕਲੋਜ਼ਰ ਕਹਿੰਦੇ ਨੇ ਅੰਗਰੇਜ਼ੀ ਦੇ ਵਰਡ ਨੂੰ ਜਿਹੜਾ ਹੈਗਾ, ਕਿ ਇਸ ਬਹੁਤ ਹੀ ਦਰਦਨਾਕ ਦੁਖਦਾਇਕ ਘਟਨਾ ਨੂੰ ਜੋ ਵਾਪਰੀ ਹੈ, ਹਾਂਜੀ, ਉਹਨੂੰ ਕਲੋਜ਼ਰ ਕਰਕੇ ਉਹਦਾ ਇੱਕ ਵਾਰ, ਤੇ ਆਪਾਂ ਅੱਗੇ ਵਧੀਏ। ਹੁਣ ਸਰਦਾਰ ਸਾਹਿਬ, ਇੱਕ ਚੀਜ਼ ਹੋਰ ਜਾਣਨਾ ਚਾਹਾਂਗੀ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ, ਇਤਿਹਾਸ ਦੇ ਪੰਨੇ ਨੇ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਇਹ ਗੱਲ ਉਕਰੀ ਹੋਈ ਹੈ। ਕੀ ਗੱਲ ਇਹ ਸੱਚ ਹੈ ਕਿ ਉਸ ਸਮੇਂ ਜਦੋਂ ਦਰਬਾਰ ਸਾਹਿਬ ਦੇ ਵਿੱਚੋਂ ਸਿੰਘਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਅਤੇ ਉਹ ਲਾਸ਼ਾਂ ਨੂੰ ਜਿਹੜਾ ਰੋਡਸ ਦੇ ਉੱਤੇ ਘਸੀਟ ਕੇ ਜਦੋਂ ਲਿਜਾਇਆ ਜਾ ਰਿਹਾ ਸੀ, ਤਾਂ ਬਹੁਤ ਸਾਰੇ ਹਿੰਦੂ ਵੀਰਾਂ ਨੇ ਰੋਡਸ ਦੇ ਉੱਤੇ ਵੈਲਕਮ ਟੂ ਇੰਡੀਅਨ ਆਰਮੀ ਲਿਖਿਆ ਸੀ? ਕੀ ਇਹ ਗੱਲ ਸੱਚ ਹੈ? ਨਹੀਂ ਜੀ, ਇਹ ਥੋੜ੍ਹੀਆਂ ਐਗਜ਼ੈਜਰੇਟਡ ਗੱਲਾਂ ਨੇਗੀਆਂ। ਦੇਖੋ, ਇਹ ਪਤਾ ਨਹੀਂ ਤੁਸੀਂ ਕਿਹੜੀ ਕਿਤਾਬ ਦੀ ਗੱਲ ਕਰਦੇ ਹੋਗੇ। ਨਾ ਤਾਂ ਲਾਸ਼ਾਂ ਨੂੰ ਘੜੀਸਿਆ ਗਿਆ ਹੈ, ਇਹ ਗੱਲ ਗਲਤ ਹੈ। ਇਹ ਠੀਕ ਹੈ ਕਿਉਂਕਿ ਮੌਤਾਂ ਬਹੁਤ ਜ਼ਿਆਦਾ ਹੋ ਗਈਆਂ ਸੀਗੀਆਂ, ਤੋ ਔਰ ਹੋਈਆਂ ਮੌਤਾਂ ਸ਼ੁਰੂ ਵੀ 3 ਤਰੀਕ ਤੋਂ ਹੋ ਗਈਆਂ ਸੀਗੀਆਂ, ਹਾਂਜੀ। ਤੋ ਬਾਡੀਜ਼ ਇਸ ਗਰਮੀ ਦੇ ਵਿੱਚ ਡੀਕੰਪੋਜ਼ ਹੋ ਜਾਂਦੀਆਂ ਨੇਗੀਆਂ, ਖੂਨ ਬਹਿ ਗਿਆ ਤਾਂ ਹੋਰ ਵੀ ਜਿਹੜਾ ਹੈਗਾ ਸਮੈਲ ਆ ਜਾਂਦੀ ਹੈ। ਤੋ ਇੰਨੀਆਂ ਇਕੱਠੀ ਬਾਡੀਜ਼ ਦਾ, ਹਰ ਬਾਡੀ ਦਾ ਪੋਸਟਮਾਰਟਮ ਉੱਥੇ ਹੋਇਆ। ਸੋ ਉਹਨੂੰ ਦਰਬਾਰ ਸਾਹਿਬ ਤੋਂ ਲੈ ਕੇ ਜਾਣਾ ਮੋਰਚਰੀ ਤੱਕ, ਫਿਰ ਉੱਥੋਂ ਮੋਰਚਰੀ ਤੋਂ ਕ੍ਰਿਮੇਸ਼ਨ ਗਰਾਊਂਡ ਲਿਆਉਣਾ। ਸੋ ਇਹ ਗੱਲ ਸਹੀ ਹੈ ਕਿ ਜਿਸ ਤਰੀਕੇ ਨਾਲ ਹੈਂਡਲ ਹੋਈ ਇਹ ਸਿਚੁਏਸ਼ਨ, ਇਹਦੇ 'ਚ ਬਹੁਤ ਗਲਤੀਆਂ ਕਹਿ ਲਓ, ਅਣਗਹਿਲੀਆਂ ਕਹਿ ਲਓ, ਜੋ ਹੈ ਹੋਈਆਂ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਗਾ। ਲੇਕਿਨ ਹਾਲਾਤ ਐਸੇ ਸੀ, ਕਰਫਿਊ ਲੱਗਿਆ ਸੀ, ਮੈਨ ਪਾਵਰ ਹੈ ਨਹੀਂ ਸੀ, ਹਾਂਜੀ। ਆਪਾਂ ਇੱਕ ਬਾਡੀ ਨੂੰ ਚੱਕਣ ਲਈ 4 ਬੰਦੇ ਚਾਹੀਦੇ ਨੇ, ਦੇਖੋ, ਹਾਂਜੀ।
ਸੋ ਉਹ ਡੀਕੰਪੋਜ਼ ਬਾਡੀ ਨੂੰ ਦਰਬਾਰ ਸਾਹਿਬ ਤੋਂ ਲੈ ਕੇ ਜਾਣਾ, ਪੋਸਟਮਾਰਟਮ ਕਰਾਉਣਾ, ਫਿਰ ਕ੍ਰਿਮੇਸ਼ਨ ਗਰਾਊਂਡ ਲੈ ਕੇ ਆਉਣਾ, ਇਹ ਬੜਾ ਲੈਬੋਰੀਅਸ ਜਿਹਾ ਟਾਸਕ ਸੀਗਾ। ਤਾਂ ਗਵਰਨਮੈਂਟ ਨੇ ਉਸ ਟਾਈਮ ਇਹ ਆਰਡਰ ਕੀਤੇ ਵੀ ਮਿਊਨਿਸਪਲ ਕਮੇਟੀ ਦਾ ਜੋ ਸਟਾਫ ਹੈ ਉਹਦੀ ਸਰਵਿਸਿਜ਼ ਲਈਆਂ ਜਾਣ ਤੇ ਕ੍ਰਿਮੇਸ਼ਨ ਹੋਈ ਜਿਹੜੀ। ਇੱਕ ਸਰ ਚੀਜ਼ ਹੋਰ ਕਲੀਅਰ ਕਰੋ, ਕਿਉਂਕਿ ਬਹੁਤ ਜਗ੍ਹਾ 'ਤੇ ਲਿਖਿਆ ਹੋਇਆ ਕਿ ਅੰਕੜਾ ਜਿਹੜਾ ਹੈਗਾ, ਲਾਸ਼ਾਂ ਦਾ ਅੰਕੜਾ ਹੈਗਾ, ਸਿੰਘਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹ ਕਲੀਅਰ ਨਹੀਂ ਆ, ਕਿਤੇ ਬਹੁਤ ਜ਼ਿਆਦਾ ਘੱਟ ਦਰਸਾਇਆ ਗਿਆ, ਕਿਤੇ ਬਹੁਤ ਜ਼ਿਆਦਾ ਵੱਧ ਦਰਸਾਇਆ ਗਿਆ ਹੈ। ਅਸਲ ਦੇ ਵਿੱਚ ਸਥਿਤੀ ਕੀ ਸੀ, ਕਿਉਂਕਿ ਤੁਸੀਂ ਬਤੌਰ ਉਹ ਸਾਰਾ ਘਟਨਾਕ੍ਰਮ ਨੂੰ ਅੱਖੀਂ ਦੇਖਿਆ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਦਰਬਾਰ ਸਾਹਿਬ ਦੇ ਅੰਦਰੋਂ ਲਗਭਗ 717 ਦੇ ਕਰੀਬ ਡੈੱਡ ਬਾਡੀਜ਼ ਜਿਹੜੀਆਂ ਨੇਗੀਆਂ ਉਹ ਕਾਊਂਟ ਕੀਤੀਆਂ ਗਈਆਂ ਸੀਗੀਆਂ। ਉਸ ਟਾਈਮ ਉੱਥੇ ਮੌਕੇ 'ਤੇ ਹਾਜ਼ਰ ਡੀਐਸਪੀ ਸਿਟੀ ਸਰਦਾਰ ਅਪਾਰ ਸਿੰਘ ਬਾਜਵਾ ਸੀਗੇ। ਉਹਨਾਂ ਨੇ ਜੋ ਮੈਨੂੰ ਦੱਸਿਆ, ਕਾਊਂਟ ਕੀਤਾ, ਉਹ 717 ਦੀ ਫਿਗਰ ਦਿੱਤੀ ਹੈ। ਔਰ ਇਹਨੇ ਦੀ ਪੁਸ਼ਟੀ ਇੱਕ ਜਨਰਲ, ਲੈਫਟੀਨੈਂਟ ਜਨਰਲ ਹੂਨ ਹੋਏ ਨੇ। ਉਹ ਸੁੰਦਰ ਜੀ ਤੋਂ ਬਾਅਦ ਵੈਸਟਰਨ ਕਮਾਂਡ ਦੇ GOC ਸੀਗੇ, ਔਰ ਉਹਨਾਂ ਨੇ ਕਿਤਾਬ ਵੀ ਲਿਖੀ ਹੈ। ਅਨਫੋਰਚੂਨੇਟਲੀ ਉਹਨਾਂ ਦੀ ਹੁਣੀ 4 ਮਹੀਨੇ ਪਹਿਲਾਂ ਹੀ ਡੈਥ ਹੋਈ ਹੈ। ਉਹਨਾਂ ਨੇ ਵੀ 717 ਦੀ ਉਹ ਫਿਗਰ ਦਿੱਤੀ ਹੈ। ਇਹ ਡੈਥ ਦੀ ਜਿਹੜੀ ਫਿਗਰ ਹੈ ਉਹ ਜਿਸ ਦਿਨ ਆਪਰੇਸ਼ਨ ਬਲੂ ਸਟਾਰ ਖਤਮ ਹੋਇਆ, ਸਮਾਪਤ ਹੋਇਆ, ਉਸ ਦਿਨ ਦੀ ਹੈ। ਉਸ ਤੋਂ ਬਾਅਦ ਕਈ ਇੰਜਰਡ ਜਿਹੜੇ ਹਸਪਤਾਲ ਲੈ ਕੇ ਗਏ ਉਹਨਾਂ ਦੀ ਵੀ ਮੌਤਾਂ ਹੋਈਆਂ। ਦਰਬਾਰ ਸਾਹਿਬ ਦੇ ਇਰਦ ਗਿਰਦ ਜਿਹੜਾ ਹੈਗਾ ਉਹਦੇ 'ਚ ਵੀ ਗੋਲੀ ਲੱਗ ਕੇ ਮੌਤਾਂ ਹੋਈਆਂ ਨੇ। ਉਸ ਤੋਂ ਬਾਅਦ ਕੁਛ ਹੋਰ ਦਰਦਨਾਕ ਘਟਨਾਵਾਂ ਹੋ ਗਈਆਂ। ਸੋ ਟੋਟਲ ਫਿਗਰ ਦਰਬਾਰ ਸਾਹਿਬ ਦੇ ਅੰਦਰ ਅਤੇ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈਗੀ ਹੈ ਉਹ 800 ਦੇ ਕਰੀਬ ਬਣਦੀ ਹੈ। ਔਰ ਇਹਦੀ ਮੈਂ ਪੁਸ਼ਟੀ ਜਿਹੜੀ ਹੈ ਸਮਝਦਾ ਇਸ ਚੀਜ਼ 'ਤੇ ਇੱਕ ਹੋਰ ਵੀ ਸੋਰਸ ਹੈਗਾ ਕਿ SGPC ਨੇ ਕੰਪਨਸੇਸ਼ਨ ਦਿੱਤਾ ਸੀ। ਪੰਜਾਬ ਸਰਕਾਰ ਨੇ ਵੀ ਜਿਹੜੇ ਬੰਦੇ ਇਨੋਸੈਂਟ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਸ਼ਨ ਦਿੱਤਾ। SGPC ਦੀਆਂ ਫਿਗਰਸ ਜਿਹੜੀਆਂ ਨੇਗੀਆਂ ਉਹ ਲਗਭਗ ਇਹਦੇ ਨਜ਼ਦੀਕ ਹੀ ਹਨ। ਲਗਾਤਾਰ 3 ਦਿਨ ਇਹ ਆਪਰੇਸ਼ਨ ਚੱਲਿਆ। 8 ਜੂਨ ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਜਿਹੜੇ ਨੇ ਪੰਜਾਬ ਦਰਬਾਰ ਸਾਹਿਬ ਆਏ। ਕੀ ਉਸ ਸਮੇਂ ਤੁਸੀਂ ਉਹਨਾਂ ਦੇ ਨਾਲ ਸੀ? ਜਿਹੜਾ ਤੁਸੀਂ ਜਦੋਂ ਉਹ ਆਏ ਤਾਂ ਉਸ ਸਮੇਂ ਦਾ ਜਿਹੜਾ ਪੂਰਾ ਮਾਹੌਲ ਸੀ, ਕੀ ਸੀ, ਕੀ ਮੰਜ਼ਰ ਸੀ? ਮਾਹੌਲ ਤਾਂ ਦਰਦਨਾਕ ਸੀਗਾ ਹੀ। ਡੈਡ ਬਾਡੀਜ਼ ਰਿਮੂਵ ਕਰ ਦਿੱਤੀਆਂ ਗਈਆਂ ਸੀਗੀਆਂ ਅਤੇ ਅੰਦਰ ਅਜੇ ਮਰਿਆਦਾ ਸ਼ੁਰੂ ਹੋ ਗਈ ਸੀ ਦਰਬਾਰ ਸਾਹਿਬ ਦੀ ਦੁਆਰਾ। ਗਿਆਨੀ ਸਾਹਿਬ ਸਿੰਘ ਸੀਗੇ, ਉਹਨਾਂ ਨੇ ਉਹਨਾਂ ਨੂੰ ਬਰੀਫ ਕੀਤਾ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਹਨਾਂ ਨੇ ਵੀ ਅੰਦਰ ਦਰਬਾਰ ਸਾਹਿਬ ਜਾ ਕੇ ਆਪਣਾ ਜਿਹੜੇ ਰਿਗਾਰਡਸ ਪੇ ਕੀਤੇ, ਮੱਥਾ ਟੇਕਿਆ। ਤੋ ਦੁਖਦਾਈ ਤਾਂ ਸੀਗਾ ਜੀ। ਸਰਦਾਰ ਸਾਹਿਬ, ਮੇਰਾ ਆਖਰੀ ਸਵਾਲ ਤੁਹਾਨੂੰ, ਉਸ ਸਮੇਂ ਦੌਰਾਨ ਤੁਸੀਂ ਬਲੈਕ ਥੰਡਰ 1 ਦੇ ਵਿੱਚ ਵੀ DC ਸੀ, ਇਹਨਾਂ ਦੋਹਾਂ ਦੇ ਵਿਚਲੇ ਜੇਕਰ ਅਸੀਂ ਫਰਕ ਨੂੰ ਸਮਝੀ ਤਾਂ ਕੀ ਹੈ? ਦੇਖੋ, ਇੱਕ ਤਾਂ ਸਿਚੁਏਸ਼ਨ 'ਚ ਬੜਾ ਫਰਕ ਸੀਗਾ। ਦਰਬਾਰ ਸਾਹਿਬ ਦੇ ਅੰਦਰ ਜੋ ਫੋਰਟੀਫਿਕੇਸ਼ਨ ਸੀਗੀਆਂ ਬਲੂ ਸਟਾਰ ਤੋਂ ਪਹਿਲਾਂ, ਉਹ ਬਲੈਕ ਥੰਡਰ ਵੇਲੇ ਨਹੀਂ ਸੀਗੀਆਂ। ਲੇਕਿਨ ਆਰਮਡ ਮਿਲੀਟੈਂਟਸ ਜਿਹੜੇ ਸੀਗੇ ਦੁਬਾਰਾ ਦਰਬਾਰ ਸਾਹਿਬ 'ਚ ਆ ਚੁੱਕੇ ਸੀਗੇ। ਔਰ 29 ਅਪ੍ਰੈਲ 1986 ਨੂੰ ਉਹਨਾਂ ਨੇ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਤੋਂ ਖਾਲਿਸਤਾਨ ਦਾ ਐਲਾਨ ਕਰਤਾ ਸੀ। ਤੋ ਉਸ ਟਾਈਮ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ, ਉਹਨਾਂ ਨੇ ਇਹ ਫੈਸਲਾ ਲਿਆ ਕਿ ਵੀ ਪੁਲਿਸ ਨੂੰ ਅਤੇ NSG ਨੂੰ ਐਂਟਰ ਕੀਤਾ ਜਾਵੇ। ਹੁਣ ਯਾਦ ਹੋਊਗਾ ਉਹਨਾਂ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਐਗਰੀਕਲਚਰ ਮਿਨਿਸਟਰ ਸੀਗੇ, ਉਹਨਾਂ ਨੇ ਅਸਤੀਫਾ ਵੀ ਫਿਰ ਦੇ ਦਿੱਤਾ ਬਰਨਾਲਾ ਸਰਕਾਰ ਤੋਂ ਇਨ ਪ੍ਰੋਟੈਸਟ, ਜਿੱਦਾਂ ਉਹਨਾਂ ਨੇ ਪਹਿਲਾਂ ਬਲੂ ਸਟਾਰ ਵੇਲੇ ਰਿਜ਼ਾਈਨ ਕੀਤਾ ਸੀ ਪਾਰਲੀਮੈਂਟ ਤੋਂ। ਤੋ ਉਸ ਸਮੇਂ NSG ਆਈ ਅਤੇ ਬਰਨਾਲਾ ਸਾਹਿਬ ਨੇ, ਅੰਮ੍ਰਿਤਸਰ ਆਏ ਸੀਗੇ, ਸਾਨੂੰ ਆ ਕੇ ਇਹ ਕਿਹਾ ਸੀਗਾ ਕਿ NSG ਅੰਦਰ ਜਾਊਗੀ, ਪਰ ਇੱਕ ਚੀਜ਼ ਇਨਸ਼ੋਰ ਕਰਿਓ ਵੀ ਦਰਬਾਰ ਸਾਹਿਬ ਨਾ ਤਾਂ ਐਂਟਰ ਕਰਨ ਇਹ, ਅਤੇ ਨਾ ਹੀ ਜੇ ਗੋਲੀ ਉੱਧਰ ਨੂੰ ਚਲਾਉਣੀ ਹੈ ਦਰਬਾਰ ਸਾਹਿਬ ਕਿ ਨਹੀਂ। ਤੋ ਜਦੋਂ NSG ਅੰਦਰ ਉਹਨਾਂ ਨੇ ਪ੍ਰਕਰਮਾ ਵਗੈਰਾ ਸਾਰਾ ਕਲੀਅਰ ਕਰਤਾ ਤਾਂ ਉਹਨਾਂ ਨੂੰ PC ਡੋਗਰਾ ਉਦੋਂ DIG ਸੀਗੇ, ਬਾਅਦ 'ਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਰਿਟਾਇਰ ਹੋਏ ਨੇਗੇ, ਰਬੇਰੋ ਵੀ ਉੱਥੇ ਹੀ ਹਾਜ਼ਰ ਸੀਗੇ, ਮੈਂ ਵੀ ਸੀਗਾ। ਤਾਂ ਅਸੀਂ ਉਹਨਾਂ ਦੇ ਜਿਹੜੇ ਜਨਰਲ ਸੀ NSG ਦੇ, ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਦਰਬਾਰ ਸਾਹਿਬ 'ਚ ਨਾ ਤਾਂ ਜਾਓਗੇ ਅਤੇ ਨਾ ਹੀ ਇੱਧਰ ਨੂੰ ਗੋਲੀ ਚਲਾਓਗੇ। ਅੱਛਾ, ਹੋਇਆ ਕੀ ਕਿ ਅਕਾਲ ਤਖਤ ਸਾਹਿਬ ਤੋਂ ਸਾਰੇ ਨਿਕਲ ਕੇ ਦਰਬਾਰ ਸਾਹਿਬ ਵੜ ਗਏ।
ਸੋ ਜਦ ਇਹ ਸਿਚੁਏਸ਼ਨ ਆ ਗਈ ਤਾਂ ਐਨਐਸਜੀ ਨਾਲ ਇੱਕ ਤਰ੍ਹਾਂ ਦਾ ਵਿਚਾਰ ਵਟਾਂਦਰਾ ਹੋਇਆ। ਮੈਂ ਉਸ ਗੱਲ 'ਚ ਨਹੀਂ ਜਾਂਦਾ। ਤਾਂ ਅਲਟੀਮੇਟਲੀ ਐਨਐਸਜੀ ਨੇ ਕਿਹਾ ਵੀ ਅਸੀਂ ਤਾਂ ਬਈ ਹੁਣ ਚੱਲੇ ਹਾਂ, ਕਿਉਂਕਿ ਤੁਸੀਂ ਸਾਨੂੰ ਜੇ ਸਾਡੇ ਤੇ ਗੋਲੀ ਆਊਗੀ ਅਸੀਂ ਵੀ ਚਲਾਵਾਂਗੇ। ਉੱਥੇ ਮੇਰੇ ਨਾਲ ਐਸਐਸਪੀ ਸੀ ਉਸ ਟਾਈਮ, ਬਾਅਦ ਡੀਜੀਪੀ ਬਣੇ ਨੇਗੇ ਮਹਾਰਾਸ਼ਟਰ ਦੇ ਵੀ ਤੇ ਪੰਜਾਬ ਦੇ ਵੀ। ਤਾਂ ਉਹਨਾਂ ਨੇ ਤੇ ਮੈਂ ਸਲਾਹ ਕੀਤੀ ਵੀ ਆਪਾਂ ਰਿਸਕ ਲਈਏ। ਅਸੀਂ ਦੋਨੋਂ ਨਿਹੱਤੇ ਸਿਵਲੀਅਨ ਡਰੈਸ ਦੇ ਵਿੱਚ, ਮੈਂ ਤਾਂ ਖੈਰ ਹੈ ਹੀ ਸਿਵਲੀਅਨ, ਉਹ ਪੁਲਿਸ ਵਾਲੇ ਸੀ, ਉਹਨਾਂ ਨੇ ਵੀ ਸਿਵਲੀਅਨ ਪਾ ਲਈ। ਘੰਟਾ ਘਰ ਦੀਆਂ ਪੌੜੀਆਂ ਤੋਂ ਦਰਬਾਰ ਸਾਹਿਬ ਦੇ ਅੰਦਰ, ਰਾਤ ਦਾ ਸਮਾਂ ਸੀਗਾ 4 ਵਜੇ ਦਾ, ਚਲੇ ਗਏ। ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੀ ਵੈਨ 'ਚੋਂ ਅਸੀਂ ਇੱਕ ਬਾਈਕ ਲਿਆ ਹੱਥ 'ਚ ਫੜਨ ਵਾਲਾ, ਤੇ ਸਰੋਵਰ ਦੇ ਕੰਢੇ ਤੇ ਖੜ ਕੇ ਮੈਂ ਅਨਾਉਂਸ ਕੀਤੀ ਵੀ ਮੈਂ ਡੀਸੀ ਹਾਂ, ਮੇਰੇ ਨਾਲ ਐਸਐਸਪੀ ਹੈ, ਤੇ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਦਰਬਾਰ ਸਾਹਿਬ ਦੀ ਜੋ ਮਹਿਮਾ ਹੈ, ਇਹਦੀ ਜੋ ਮਰਿਆਦਾ ਹੈ, ਇਹਨੂੰ ਆਪਾਂ ਭੰਗ ਨਾ ਕਰੀਏ। ਤੇ ਮੈਂ ਤੁਹਾਨੂੰ ਬੇਨਤੀ ਕਰਦਾ, ਭਰੋਸਾ ਦਵਾਉਣਾ ਵੀ ਕੋਈ ਕਿਸੇ ਤੇ ਕੋਈ ਐਸੀ ਗੱਲ ਨਹੀਂ ਹੋਏਗੀ, ਤੁਸੀਂ ਬਾਹਰ ਆ ਜਾਓ ਦਰਬਾਰ ਸਾਹਿਬ। ਅੱਛਾ, ਉਹ ਨਹੀਂ ਆਏਗੀ, ਨਾ ਕੋਈ ਜਵਾਬ ਆਇਆ। ਫਿਰ 3-4 ਵਾਰ ਜਦ ਇਹ ਰਿਪੀਟ ਕੀਤਾ ਮੈਂ ਇਹ, ਫਿਰ ਅਲਟੀਮੇਟਲੀ ਦਰਬਾਰ ਸਾਹਿਬ ਦੇ ਉੱਪਰ ਚੜ੍ਹ ਕੇ ਕਿਸੇ ਨੇ ਕੱਪੜਾ ਹਿਲਾਇਆ ਤੇ ਉਹਨੇ ਕਿਹਾ ਵੀ ਸਾਨੂੰ ਤੁਹਾਡੇ ਤੇ ਇਤਬਾਰ ਨਹੀਂ ਹੈ, ਜਿਹੜਾ ਹੈਗਾ ਤੁਸੀਂ ਗਿਆਨੀ ਪੂਰਨ ਸਿੰਘ ਨੂੰ ਬੁਲਾਓ। ਗਿਆਨੀ ਪੂਰਨ ਸਿੰਘ ਉਹਨਾਂ ਦੇ ਨਾਲ 'ਚ ਦਰਬਾਰ ਸਾਹਿਬ ਦੇ ਗ੍ਰੰਥੀ ਸਨ, ਬਾਅਦ 'ਚ ਹੈੱਡ ਗ੍ਰੰਥੀ ਵੀ ਬਣੇ ਨੇ ਦਰਬਾਰ ਸਾਹਿਬ ਦੇ। ਉਹਨਾਂ ਨੂੰ ਬੁਲਾਇਆ ਸੀ, ਫਿਰ ਅਨਾਉਂਸਮੈਂਟ ਕੀਤੀ। ਅਨਾਉਂਸਮੈਂਟ ਕਰਕੇ ਉਹਨਾਂ ਨੇ ਕਿਹਾ ਗਿਆਨੀ ਜੀ ਨੂੰ ਅੰਦਰ ਭੇਜੋ। ਅੰਦਰ ਚਲੇ ਗਏ ਗਿਆਨੀ ਜੀ। 5 ਮੈਂਬਰਾਂ ਦੀ ਕਮੇਟੀ ਉਹਨਾਂ ਨੇ ਬਣਾ ਕੇ ਬਾਹਰ ਭੇਜੀ, 5 ਪਿਆਰੇ। ਸਾਡੇ ਨਾਲ ਨੈਗੋਸ਼ੀਏਟ ਹੋਈ, ਨੈਗੋਸ਼ੀਏਟ ਹੋ ਕੇ ਇੱਕ ਗੋਲੀ ਨਹੀਂ ਚੱਲੀ। ਸਾਰੇ ਦੇ ਸਾਰੇ ਬੰਦੇ ਉਹ ਜਿਹੜੇ ਸੀਗੇ ਦਰਬਾਰ ਸਾਹਿਬ ਤੋਂ ਲਾਈਨ ਬਣਾ ਕੇ ਬਾਹਰ ਆ ਗਏ। ਉਹਨਾਂ 'ਚੋਂ ਬੀਬੀਆਂ ਨੂੰ ਤੇ ਬੱਚਿਆਂ ਨੂੰ ਛੱਡਤਾ ਸੀ, ਬਜ਼ੁਰਗਾਂ ਨੂੰ ਵੀ ਛੱਡਤਾ, ਬਾਕੀਆਂ ਨੂੰ ਇੰਟਰੋਗੇਟ ਕਰਕੇ ਫੜੇ ਗਏ। ਕੁਝ ਵੈਪਨਸ ਨਿਕਲੇ, ਜੋ ਵੀ ਸੀ ਉਹ ਤਾਂ ਚਲੋ ਕਹਾਣੀ ਡਿਟੇਲ ਦੀ। ਇਹ ਮੇਰਾ ਖਿਆਲ 30 ਅਪ੍ਰੈਲ ਦਾ ਹੋਣਾ ਜੀ। ਹਾਂ, 30 ਅਪ੍ਰੈਲ 1986 ਦਾ। ਔਰ ਉਸ ਟਾਈਮ ਜਿਹੜੇ ਸੀਗੇ ਅਕਾਲ ਤਖਤ ਦੇ ਜਥੇਦਾਰ, ਜਿਹੜੇ ਇਹਨਾਂ ਨੇ ਸਾਜੇ ਸੀਗੇ ਖਾੜਕੂਆਂ ਨੇ, ਸਾਹਿਬ ਮੋਹਕਮ ਸਿੰਘ, ਉਹ ਵੀ ਉੱਥੇ ਸੀ, ਉਹ ਵੀ ਬਾਹਰ ਆਏ। ਹਾਂਜੀ, ਸੋ ਮਤਲਬ ਮੇਰਾ ਕਹਿਣ ਦਾ ਵੀ ਸਿਚੁਏਸ਼ਨ ਨੂੰ ਤੁਸੀਂ ਕਿਵੇਂ ਡੀਲ ਕਰਦੇ ਹੋਗੇ, ਇਹ ਬੜਾ ਜ਼ਰੂਰੀ ਹੈ। ਬੇਨਤੀ ਕੀਤੀ, ਸਾਡੇ ਦੇ ਦਬਾਅ ਨਹੀਂ ਸੀ, ਉਹ ਵੀ ਅੰਡਰਸਟੈਂਡੇਬਲ ਹੈ। ਵਿੱਚ ਅਸੀਂ ਗ੍ਰੰਥੀਆਂ ਨੂੰ ਪਾ ਲਿਆ, 5 ਪਿਆਰਿਆਂ ਦੀ ਕਮੇਟੀ ਬਣ ਗਈ, ਬਾਹਰ ਆ ਗਏ, ਬਿਨਾਂ ਗੋਲੀ ਚੱਲੇ, ਬਿਨਾਂ ਕੋਈ ਬੰਦੇ ਦੀ ਮੌਤ ਹੋਏ, ਸਾਰਾ ਮਸਲਾ ਸੋਲਵ ਹੋ ਗਿਆ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ 84 ਦੀ ਤੇ 86 ਦੀ ਸਿਚੁਏਸ਼ਨ 'ਚ ਫਰਕ ਸੀ। ਹਾਂਜੀ, ਬਟ 86 'ਚ ਵੀ ਮੌਤ ਦਾ ਖਤਰਾ ਤਾਂ ਸੀਗਾ ਜੀ। ਸੀ ਮੈਂ ਖੜਾ ਸੀ, ਮੇਰੇ ਨਾਲ ਖੜਾ ਸੀਗਾ ਬਿਰਕ, ਕੋਈ ਵੀ ਵੱਲੋਂ ਐਡੀ ਗੋਲੀ ਲੱਗ ਸਕਦੀ ਸੀਗੀ, ਲੇਕਿਨ ਰਿਸਕ ਲੈਣਾ ਪੈਂਦਾ ਜੀ। ਜੇ ਸਿਚੁਏਸ਼ਨ ਨੂੰ ਤੁਸੀਂ ਸਾਹਮਣਾ ਹੈਗਾ ਤਾਂ ਬਿਨਾਂ ਰਿਸਕ ਦੇ ਨਹੀਂ ਸੋਲਵ ਹੋ ਸਕਦਾ ਜੀ। ਧੰਨਵਾਦ ਜੀ। ਥੈਂਕ ਯੂ। ਸੋ ਅੱਜ ਅਸੀਂ ਤੁਹਾਡੀ ਗੱਲ ਕਰਵਾਈ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸਰਦਾਰ ਰਮੇਸ਼ਿੰਦਰ ਜੀ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਉਸ ਤੋਂ ਬਾਅਦ ਵੀ 1986 ਦੇ ਵਿੱਚ ਕਿਸ ਤਰੀਕੇ ਉਹਨਾਂ ਨੇ ਰਿਸਕ ਲੈ ਕੇ, ਤਾਂ ਕਿ ਦਰਬਾਰ ਸਾਹਿਬ ਦੀ ਜਿਹੜੀ ਮਰਿਆਦਾ ਕਿਸੇ ਤਰੀਕੇ ਭੰਗ ਨਾ ਹੋਵੇ, ਅਮਨ ਸ਼ਾਂਤੀ ਬਹਾਲ ਰਹੇ, ਆਪਣੀ ਜਿਹੜੀ ਜਾਨ ਨੂੰ ਦਾਅ ਤੇ ਲਗਾ ਕੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਹੈਗੀ ਉਸ ਸਮੇਂ ਜਿਹੜੀ ਅਮਨ ਸ਼ਾਂਤੀ ਬਹਾਲ ਕਰਨ ਦਾ ਭਰਪੂਰ ਯਤਨ ਕੀਤਾ। ਪਰ ਨਾਲ ਦੀ ਨਾਲ ਹੀ ਇੱਥੇ ਇਹ ਗੱਲ ਬੇਹੱਦ ਲਾਜ਼ਮੀ ਹੈ ਕਿ ਉਹ ਕੌਮ, ਜਿਸ ਕੌਮ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ, 1984 ਜੂਨ ਦਾ ਘਟਨਾਕ੍ਰਮ, ਉਸ ਦੇ ਨਾਲ ਹੀ 1984 ਨਵੰਬਰ ਦਾ ਘਟਨਾਕ੍ਰਮ, ਇਹ ਅਜਿਹੇ ਘਟਨਾਕ੍ਰਮ ਹੈ ਜਿਹੜੇ ਹਰ ਵਾਰ ਸਿੱਖਾਂ ਦੀਆਂ ਜਿਹੜੀਆਂ ਹਿਰਦਿਆਂ ਨੂੰ ਬਲੂੰਦਰ ਦੇਵੇ। ਪਰ ਨਾਲ ਹੀ ਸਰਦਾਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਇਹ ਸਾਰਾ ਘਟਨਾਕ੍ਰਮ ਹੈ ਦੁਖਦਾਇਕ ਜ਼ਰੂਰ ਹੈ, ਲੇਕਿਨ ਇਸ ਦੁੱਖ ਦੇ ਵਿੱਚੋਂ ਬਾਹਰ ਆ ਕੇ ਸਿੱਖਾਂ ਨੂੰ ਅੱਗੇ ਵਧਣ ਦੀ ਜ਼ਰੂਰਤ ਹੈ। ਇਸੇ ਨਾਲ ਹੀ ਮੈਨੂੰ ਹਰਦੀਪ ਕੌਰ ਵਿਰਕ ਨੂੰ ਤੇ ਮੇਰੇ ਨਾਲ ਸਰਦਾਰ ਇੰਦਰ ਸਿੰਘ ਜੀ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਚੜ੍ਹਦੀ ਕਲਾ ਟਾਈਮ TV।